ਬਾਕੀ ਕਰਨੇ ਤੁਸੀਂ ਉਹ ਗੱਲ ਹੋ ਗਈ ਨਾ ਸਾਂਝੀ ਕਰੋ ਗੱਲ ਉਹ ਕਿੱਦਾਂ ਜੀ ਕਿੱਥੇ ਕਰੋ ਗੱਲ ਕਿਤੇ ਨੂੰ ਪਰਮਜੀਤ ਨੂੰ ਕੋਲ ਭਾਲ ਕੇ ਕੱਲਾ ਸਾਰਾ ਬਿਆਨ ਲਿਖਿਆ ਹੈਗਾ ਵਾ ਜਿਸ ਤਰੀਕੇ ਨਾਲ ਉਹ ਮੁੰਡਾ ਉਧਰੋਂ ਆਇਆ ਹੈਗਾ ਵਾ ਨਸ਼ੇ ਦੀ ਧੁੱਤ ਬਾਹਰ ਰੌਂਗ ਸਾਈਡ ਜਾ ਕੇ ਉਹ ਥਾਣਾ ਕਰਦਾ ਮਾਰਨ ਡਿਆ ਐਕਸੀਡੈਂਟ ਦੀਆਂ ਧਾਰਾਂ ਜਿਹੜੀਆਂ 304 ਤੇ ਲੱਗਣਾ ਵਾ ਕਿਉਂ ਤੁਸੀਂ ਇਹ ਕਰੀ ਜਾਂਦੇ ਹੋ ਕਹਿਣ ਚ ਹੋ ਗਿਆ ਉਹ ਕਹਿਣ ਨਹੀਂ ਵੇ ਜੇ ਹੁਣੇ ਅਸੀਂ ਉੱਠ ਖੜੇ ਕੱਲ ਇਹ ਗੱਲ ਗਲਤ ਆ ਇਹ ਵਿੱਚ ਲਿਖਤਾ ਵੇ ਜਿਹੜੇ ਚਿੱਟਾ ਦੀ ਉਹ ਨਿਕਲੀ ਡੱਬੀ ਨਿਕਲੀ ਉਹ ਲਿਖਤਾ ਸੁਣ ਕੇ ਲਾਓ ਫਿਰ ਮੈਂ ਤੇ ਉਹਦਾ ਕਹਿਣ ਦਾ ਵੀ ਬਿਆਨ ਤੇ ਸੁਣਦਾ ਕੋਈ ਪਹਿਲਾਂ ਮੇਰੀ ਗੱਲ ਸੁਣ ਕੇ ਨਾ ਜੋ ਲਿਖਿਆ ਬਹਿ ਜਾਓ ਦੱਸੋ ਦੋਨੇ ਇੱਕ ਦੂਜੇ ਦੇ ਜਮਾਨਤ ਹੋ ਲੈਣੀ 4 और 304 ਚਾਰ ਕਹਿ ਕੇ ਗਿਆ 304 ਇਹ ਕਹਿ ਕੇ ਗਿਆ ਇਹ ਸਰਦਾਰ ਸਾਹਿਬ ਕਹਿ ਕੇ 304 ਪਹਿਲੇ ਇਹਨਾਂ ਦੀ ਆਪਸੀ ਕੀ ਨਹੀਂ ਮਿਲਦੀ 304 ਲੱਗਣੀ ਚਾਹੀਦੀ ਬਸ 304 ਕਹਿੰਦੇ ਆ ਇਹ ਤਾਂ ਗੱਲ ਹੋ ਰਿਹਾ ਇਹ ਨਹੀਂ ਹੁਣ ਪਤਾ ਲੱਗਾ ਇਹਦਾ ਖਾਣੋ ਟੈਡੇ ਤੋਂ ਬੰਦੇ ਥੋੜੇ ਆ ਰਹੇ ਆ ਫਿਰ ਹੋ ਸਕਦਾ ਕੋਈ ਇਹ ਨਾਲ ਇਹ ਨਹੀਂ ਲੱਗਣੀ ਇਹ ਨਹੀਂ ਲਾਣੀ ਅੱਗੇ ਨਹੀਂ ਲਵਾਉਣੀ ਕੀ ਪਾਣੀ ਮੰਗਦੇ ਆ ਮੰਗਾ ਤੁਹਾਡੀ ਮੰਗ ਕੀ ਹੈ ਸਾਡੀ ਮੰਗ ਇਹ ਭਾਜੀ 304 ਲਵਾਉਣੀਆਂ ਸੀ ਇਹ ਨਹੀਂ ਲਵਾਉਣੀ ਇਹਦਾ ਕਿੱਦਾਂ ਸਾਡਾ ਮੁੰਡਾ ਗਿਆ ਪਿੰਡ ਦਾ ਭਾਜੀ ਨੌਜਵਾਨ ਮੁੰਡਾ 18 ਸਾਲਾਂ ਦਾ ਉਹਦੀ ਭਰਪਾਈ ਕੌਣ ਕਰੂਗਾ ਇੱਕ ਸਿਆਣੀ ਔਰਤ ਭਾਜੀ ਬਾਬਾ ਜੀ ਬੋਲੋ ਧਾਰਾ 304 ਲੱਗਣੀ ਚਾਹੀਦੀ ਆ ਤੇ ਜਿਹੜੇ ਜ਼ਖਮੀ ਆ ਉਹਦਾ ਸਾਰਾ ਖਰਚਾ ਇਲਾਜ ਦਾ ਉਹਦੇ ਸਿਰ ਨਹੀਂ ਤੇ ਧਰਨਾ 3 4 ਦਿਨ ਹਫਤਾ ਵੀ ਚੱਲੂਗਾ ਇਹ ਚਲਾਵਾਂਗੇ ਜੀ ਐਡੀ ਚੱਲੂਗਾ ਜ਼ਖਮੀ ਦਾ ਸਾਰਾ ਇਲਾਜ ਉਹਦੇ ਸਿਰ ਪੈਣਾ ਚਾਹੀਦਾ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਨੇ सरपंच साहब पुलिस हुई गल कोई पुलिस की गल हुई है गल उन्होंने कहा कि 304 ए नहीं लानी असं 304 कल ही लवानी क्योंकि 304 ए की जमानत हो जाती है तो जोड़ा मतलब वो तो फिर कल छुट जाना उन्होंने की मतलब सज़ा मिली ਉਹ ਹੁਣ ਆਪਸ ਦੇ ਵਿੱਚ ਉਹਨਾਂ ਨੂੰ SHO ਨੂੰ ਬਿਆਨ ਵੀ ਦੇਖਣ ਲੱਗੇ ਵੀ ਬਿਆਨ ਦੇ ਵਿੱਚ ਕੀ ਲਿਖਿਆ ਆ ਉਹਨੇ ਮਤਲਬ ਕਿੱਦਾਂ ਐਕਸੀਡੈਂਟ ਹੋਇਆ ਉਹ ਸਾਰਾ ਮਤਲਬ ਨਸ਼ਾ ਕੀਤਾ ਸੀ ਜਾਂ ਕਿੱਦਾਂ ਜਿਹੜੀ ਸਪੀਡ ਸੀਗੀ ਉਹ ਸਾਰਾ ਕੁਝ ਉਹਨਾਂ ਕੋਲ ਪੁੱਛ ਰਹੇ ਤੇ ਸਾਨੂੰ ਦੱਸਦੇ ਆ ਠੀਕ ਪ੍ਰਸ਼ਾਸਨ ਵੱਲੋਂ ਇੱਥੇ ਸਹਿਯੋਗ ਦੀ ਮੰਗ ਕੀਤੀ ਹੈ बिल्कुल बिल्कुल सारे सुनूगे जी कहो जी फैसला होता है तो सारा खेती में फैसला ठीक है बास का रोग नहीं है जो साफ है बच्चा तो मिलना नहीं है पर जो मिलनी तो हक बनता वो तो मिलना चाहिए ये प्रशासन तो नहीं फैसला हो रहा है भगवंत मान को अभी नगर वालों बेनती करते हैं इसका फैसला आप किया जाए ठीक है नहीं करूँगा तो भगवंत साहब जी मतलब जो फैसला होगा वो संगत मंजूर होगा ठीक है अगर इंसाफ चाहते मतलब धोखा नहीं होना चाहिए बच्चे
ਤਸਵੀਰਾਂ ਤੁਸੀਂ ਚੱਕਦਾਨੇ ਤੋਂ ਦੇਖ ਰਹੇ ਹੋ। ਪੜੋ ਮੜਾ ਮੈਂ ਬੈਂਕ ਤੋਂ ਚਾਰਜ ਲੱਗਿਆ ਮੈਂ ਪਿੰਡ ਸਾਰਾ ਇਕੱਠਾ ਹੋਇਆ ਇੱਕ ਪਾਸੇ, ਨਾਲ ਦੀ ਨਾਲ ਇਹ ਤਸਵੀਰਾਂ। ਹਾਲਾਂਕਿ ਇੱਕ ਮਹਿਲਾ ਜ਼ਖਮੀ ਹੋਈ ਹੈ ਤੇ ਉਸ ਦੇ ਇਲਾਜ ਲਈ ਸਾਰਿਆਂ ਨੇ ਮਦਦ ਕੀਤੀ ਹੈ ਤੇ 35,000 ਰੁਪਇਆ ਵੀ ਇਕੱਠਾ ਹੋ ਗਿਆ। ਇਹ ਨੌਜਵਾਨ ਆਪਾਂ ਉੱਠ ਖੜੇ ਨਾ ਗੱਲ ਤਕੜੇ ਦਾ ਸਭ ਕੁਝ ਵਾਜਦੇ ਤਕੜੇ ਦਾ ਸਭ ਕੁਝ ਬੈਜੋ ਯਾਰ ਸਾਰੇ ਜਣੇ वही तो इन्हें समझाने भाई ये नहीं समझते ना अब ऐसे बैठ के क्या करेंगे चाकी अगला 304 ਧਾਰਾ ਲੱਗਣੀ ਚਾਹੀਦੀ ਹੈ ਜੀ। ਪੁਲਿਸ ਹਲਕੀ ਧਾਰਾ ਲਾ ਕੇ ਉਹਨੂੰ ਛੱਡਣਾ ਚਾਹੁੰਦੀ ਆ। ਕਿਹੜੀ ਧਾਰਾ ਲੱਗ ਰਹੀ ਸੀ? ਤੇ ਪਤਾ ਨਹੀਂ ਕਿਹੜੀ ਹਲਕੀ ਦੀ ਲਾ ਰਹੇ ਹੋ ਤੇ ਛੇਤੀ ਜ਼ਮਾਨਤ ਹੋਣੀ। 304 ਲੱਗਣੀ ਚਾਹੀਦੀ। ਰਾਦਾ ਕਤਲ ਦੀ ਬਣੀ, ਨਸ਼ੇ ਦੀ ਵੱਖਰੀ ਲੱਗਣੀ ਚਾਹੀਦੀ ਉੱਤੇ। ਉਹਦਾ ਮਨਾਜਾ ਸ਼ਹਿਰ ਕਰਾਇਆ ਜਾਵੇ। ਰਾਦਾ ਕਰਨ ਨਹੀਂ, ਜਿੱਦਾਂ ਬੰਦਾ ਲਿਆ ਉਹਨੇ ਉਦਾਂ ਉਹ ਵੀ ਮੰਨਣਾ ਚਾਹੀਦਾ। ਉਹਨਾਂ ਬੰਦਾ ਬਣੇ ਬੰਦਾ ਦੇਣਾ ਚਾਹੀਦਾ, ਬੰਦੇ ਬਣੇ ਬੰਦਾ ਚਾਹੀਦਾ। ਕੋਈ 300 ਇਹ ਨਹੀਂ ਲਾਉਣੀ ਅਸੀਂ ਕੋਈ ਵੀ ਇਹ ਲਾਉਣੀ ਆ ਤਾਂ ਸਾਡਾ ਕੋਈ ਫੈਸਲਾ ਨਹੀਂ ਇਹਨਾਂ ਨਾਲ। ਸਾਨੂੰ 25 ਦਿਨ ਰਹਿਣਾ ਪਵੇ ਧਾਨਾ ਲਾ ਕੇ, ਮਹੀਨਾ ਵੀ ਕੱਟਣਾ ਪਵੇ। 304 ਏ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 304 ਏ ਨਹੀਂ 304 ਧਾਰਾ ਲਗਾਣੀ ਹੈ। 304 ਲਾਉਣੀ, ਕੋਈ ਇਹ ਨਹੀਂ ਲਾਉਣੀ ਜੀ। ਅਸੀਂ ਕੋਈ ਇਹ ਦਾ ਸਾਨੂੰ ਕੋਈ ਕਰਦਾ ਨਹੀਂ। ਅਸੀਂ 304 ਧਾਰਾ ਲਵਾਉਣੀ ਆ। ਹਾਂ, ਸਾਡਾ ਬੱਚਾ ਜਾਂਦਾ ਲੱਗਾ, ਸਾਨੂੰ ਬਹੁਤ ਦੁੱਖ ਵਾਲੀ ਗੱਲ ਹੈ ਘੜੀ ਦੇ ਵਿੱਚ। ਬੱਚੇ ਦਾ ਪਰਿਵਾਰ ਕਿੱਥੇ ਜੀ? ਬੱਚੇ ਦਾ ਪਰਿਵਾਰ ਕਿੱਥੇ ਹੈ? ਬੱਚੇ ਦਾ ਪਰਿਵਾਰ ਭਾਜੀ ਘਰੇ ਹੀ ਹੈ ਜੀ, ਉਹਨਾਂ ਨੂੰ ਕੁਝ ਦੱਸਿਆ ਨਹੀਂ ਹਜੇ ਜੀ। ਉਹਦੇ ਫਾਦਰ ਠੀਕ ਹੈ ਹੁਣ? ਪਹਿਲਾਂ ਬਹੁਤ ਤਕਲੀਫ 'ਚ ਹਾਂਜੀ। ਪਹਿਲਾਂ ਵੀ ਬਿਮਾਰ ਸੀਗੇ, ਹੁਣ ਵੀ ਉਹ ਕੰਮ ਤੇ ਜਾਂਦੇ ਆ, ਫੈਕਟਰੀ ਕੰਮ ਕਰਨ ਜਾਂਦੇ ਆ। ਉਹ ਇਹਨਾਂ ਲੈਂਡਲੋਡ ਬੱਚਾ ਨਹੀਂ ਸੀਗਾ। ਬੱਚਾ ਸਿਰਫ ਇਹ ਗਰੀਬ ਘਰ ਦਾ ਬੱਚਾ ਆ ਜਿਹੜਾ ਉਹਨਾਂ ਨੇ ਕੱਲਾ ਮੁੰਡਾ, ਇਹਨਾਂ ਨੇ ਮੁੰਡੇ ਨੇ ਮੁੰਡਾ ਤੋੜਤਾ। ਇੱਕ ਜਿਹੜੀ ਮਹਿਲਾ ਜ਼ਖਮੀ ਹੋਈ ਹੈ ਦੱਸਿਆ ਜਾਂਦਾ ਕਿ ਉਹਨਾਂ ਦੀ ਇੱਕ ਲੱਤ ਕੱਟਣੀ ਪੈਣੀ ਹੈ। 2 ਲੱਤਾਂ ਉਹਦੀਆਂ ਡੈਮੇਜ ਹੋ ਗਈਆਂ ਭਾਜੀ। 2 ਲੱਤਾਂ ਉਹ IVB ਵਿੱਚ ਦਾਖਲ ਕੀਤੀ ਆ। ਜਿਹੜਾ ਇਹ ਬੱਚਾ ਸੀਗਾ ਇਹ ਦੁਆ ਸੀਗਾ ਰਾਜਸ ਹਸਪੀਟਲ ਲੈ ਗਏ ਸੀ, ਇਹਦੀ ਡੈਥ ਹੋ ਗਈ। ਬੜੀ ਮੁਸ਼ਕਿਲ ਨਾਲ ਦੱਸਿਆ ਜਾ ਰਿਹਾ ਕਿ ਬੱਚੇ ਨੂੰ ਗੱਡੀ ਦੇ ਥੱਲੇੋਂ ਕੱਢਿਆ ਗਿਆ ਔਰ ਗੱਡੀ ਥੱਲੇ ਹੱਲੇ ਵੀ ਜਿਹੜੀ ਇਹ ਕੁਰਸੀ ਆ ਉਹ ਅਸੀਂ ਤੁਹਾਨੂੰ ਦਿਖਾਈ ਸੀਗੀ। ਤਾਂ ਪਿੰਡ ਵਾਸੀਆਂ ਦਾ ਇਹ ਕਹਿਣਾ ਹੈ ਕਿ 304 ਇਹ ਨਹੀਂ ਲੱਗਣੀ ਚਾਹੀਦੀ, 304 ਲੱਗਣੀ। 304 ਹੀ ਲੱਗਣੀ ਚਾਹੀਦੀ ਹੈ ਜੀ, ਇਹ ਨਹੀਂ ਲੱਗਣੀ ਚਾਹੀਦੀ ਕੋਈ ਵੀ। ਹਾਂਜੀ, ਸਾਰੇ ਬੋਲੋ ਜੀ। ਨਾ ਸਾਰੇ ਬੋਲਦੇ 304 ਲੱਗਣੀ ਚਾਹੀਦੀ ਹੈ ਜੀ, ਸਾਰੇ ਕਹਿੰਦੇ ਆ। ਇੱਕ ਗੱਲ ਨਾ ਇਹ ਤਸਵੀਰਾਂ ਨੇ ਚੱਕਦਾਨੇ ਪਿੰਡ ਦੀਆਂ ਔਰ ਤੇਰੇ ਕਾਕੇ ਕੋਈ ਬਣ ਗਿਆ ਹੈਗਾ ਗਬਲੇ ਨਾਮ ਦਾ, ਤੂੰ ਤੇਰੇ ਉੱਪਰ ਆ, ਤੂੰ ਤੇਰੇ ਥੱਲੇ ਇਹਨੂੰ ਇਹ ਨਹੀਂ ਪਰ ਨਾਲ ਦੀ ਨਾਲ ਤਸਵੀਰਾਂ ਇਹ ਵੀ ਨੇ ਕਿ ਰਾਹਗੀਰ ਪਰੇਸ਼ਾਨ ਨੇ। ਰਾਹਗੀਰ ਜਿਹੜੇ ਉਡੀਕ ਰਹੇ ਆ ਕਿ ਕਦੋਂ ਧਰਨਾ ਚੱਕਿਆ ਜਾਵੇ ਤਾਂ ਆਪੋ ਆਪਣੇ ਘਰ ਪਹੁੰਚਣ, ਤਾਂ ਰਾਹਗੀਰ ਵੀ ਪਰੇਸ਼ਾਨ ਨੇ। ਨਾਲ ਦੀ ਨਾਲ ਇਹ ਵੀ ਤਸਵੀਰਾਂ ਨੇ ਬੱਚੇ ਨਿੱਕੇ ਬੱਚੇ ਆ ਜੀ ਜੀ। यूपी जाना है बाजी हमें ਜੀ ਜੀ ਯੂਪੀ ਜਾਣਾ ਹੈ ਤਾਂ ਦੂਰੋਂ ਦੂਰ ਜਾਣਾ ਜੀ। ਤੁਸੀਂ ਕਿੱਥੇ ਜਾਣਾ ਜੀ? ਲੁਧਿਆਣੇ ਜਾਣਾ। ਕਿੰਨੀ ਦੇਰ ਤੋਂ ਉੱਥੇ ਫਸੇ ਜਾਮ 'ਚ? 2 ਘੰਟੇ ਹੋ ਗਏ ਤਕਰੀਬਨ ਇਹਨਾਂ ਨੂੰ ਫਸੇ ਹੋਏ। ਤਾਂ ਕੋਈ ਪਿੱਛੋਂ ਅਗਰ ਐਂਬੂਲੈਂਸ ਵੀ ਆ ਜਾਂਦੀ ਹੈ ਤਾਂ ਪ੍ਰੋਬਲਮ ਆ ਜਾਣੀ ਹੈ। ਔਰ ਇਹ ਵੀ ਇੱਕ ਦੂਜਾ ਪੱਖ ਹੈ, ਦੂਜੀਆਂ ਤਸਵੀਰਾਂ ਨੇ ਕਿ ਟ੍ਰੈਫਿਕ ਲੇਡੀਜ਼ ਸਾਰੀਆਂ ਦੂਰ ਦੇ ਸਫ਼ਰ ਤੇ ਜਾਣ ਵਾਲੀਆਂ ਹੀ ਆ ਜੀ ਜੀ ਇਹਨਾਂ ਨੂੰ ਮਤਲਬ ਕਿ ਸਾਰੇ ਜੋਬ ਜਾਵਾਂਗੇ
ਕਿਸੇ ਪਰ ਇਹਨਾਂ ਨੂੰ ਕੋ ਮਾੜਾ ਮੋਟਾ ਚਲੋ ਲੇਡੀਜ਼ ਹੈਗੀਆਂ ਬੱਚੇ ਹੈਗੇ ਛੋਟੇ ਛੋਟੇ ਵਿਚਾਰੇ ਕਿੱਥੇ ਜਾਣਗੇ ਛੋਟੇ ਉਹ ਤਾਂ ਬੱਚੇ ਦੇ ਨਾਲ ਲੱਗੇ ਸਾਨੂੰ ਨਹੀਂ ਹੈਗਾ ਇੱਧਰ ਮੋਬਾਈਲ ਵੀ ਬੰਦ ਹੈ, ਘਰਦਿਆਂ ਨੂੰ ਵੀ ਕੁਝ ਨਹੀਂ ਪਤਾ ਸੀ ਕਿੱਥੇ ਬੈਠੇ ਆ ਕਿੱਥੇ ਨਹੀਂ। ਖੰਨੇ ਜਾਣਾ ਕੋਈ ਬੱਸ ਵੀ ਨਹੀਂ ਹੈਗੀ, ਦੱਸੋ ਕੀ ਕਰੀਏ? ਨਿਕਲਣਾ ਵੀ ਤਾਂ ਹੈਗਾ ਨਾ। ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਲੁਧਿਆਣੇ ਤੋਂ ਅੱਗੇ ਤੁਸੀਂ ਹੋਰ ਵੀ ਆਪਣੇ ਸ਼ਹਿਰਾਂ 'ਚ ਜਾਣਾ ਹੈ ਤਾਂ ਕੋਈ ਲਾਸਟ ਬੱਸ ਨਹੀਂ ਮਿਲਣੀ ਤੁਹਾਨੂੰ? ਅੱਛਾ ਮੋਗੇ ਜਾਣਾ ਹੈ ਤਾਂ ਕੋਈ ਬੱਸ ਨਹੀਂ ਮਿਲਣੀ, ਫਿਰ ਲੁਧਿਆਣੇ ਪਹੁੰਚ ਅਸੀਂ ਜਾਈਏ। ਪਟਿਆਲੇ ਜਾਣਾ, ਹੁਣ ਦੱਸੋ ਅੱਗੇ ਜਾ ਕੇ ਕਿੱਦਾਂ ਜਾਵਾਂਗੇ? ਤਾਂ ਇਹ ਵੀ ਇੱਕ ਮੁਸੀਬਤ ਹੈ ਜੀ ਇਹਨਾਂ ਦੀ, ਇਹ ਵੀ ਤਸਵੀਰਾਂ ਦਿਖਾਣੀਆਂ। ਸਵਾਰੀ ਜਿਹੜੀ ਸੀ ਸਾਰੀ ਚੱਲ ਪਈ ਟੋਟਲੀ, ਉਹਨਾਂ ਦੇ ਮਤਲਬ ਕਿ ਘਰ ਦੇ ਆ ਕੇ ਲੈ ਗਏ। ਜਿਹੜੀ ਹੁਣ ਦੂਰ ਦੀ ਸਵਾਰੀ ਹੈ ਉਹੀ ਲੇਡੀਜ਼ ਨੂੰ ਪ੍ਰੋਬਲਮ ਹੋ ਰਹੀ ਹੈ। ਛੋਟੇ ਛੋਟੇ ਨੇ ਸੀ ਸਾਡੇ ਬੱਸ ਸਟੈਂਡ ਦੇ ਖਰਾਬ ਹੋਏ ਨੇ, ਉੱਥੋਂ ਬੱਸ ਤੇ ਨਹੀਂ ਬਿਠਾ ਰਹੇ ਸੀਗੇ, ਉੱਥੋਂ ਕਹਿੰਦੇ ਸੀ ਟਿਕਟ ਨਹੀਂ ਦੇ ਰਹੇ ਸੀ। ਹੁਣ ਇੱਥੇ ਆ ਕੇ ਇਹ ਹਾਲ ਹੈ, ਦੱਸੋ 5 ਘੰਟੇ ਹੋ ਗਏ ਨਵੇਂ ਸ਼ਹਿਰ ਤੋਂ ਇੱਥੋਂ ਤੱਕ। ਪਰ ਤੁਹਾਨੂੰ ਪਤਾ ਜੀ ਕਿ ਮੋਰੇ ਹਾਦਸਾ ਕੀ ਹੋਇਆ? ਨਹੀਂ ਹਾਂਜੀ ਹੁਣ ਪਤਾ ਲੱਗਿਆ, ਪਹਿਲਾਂ ਲੱਗਿਆ ਦੁੱਖ ਹੈਗਾ, ਆਪਾਂ ਇਹ ਨਹੀਂ ਕਹਿੰਦੇ ਦੁੱਖ ਹੈਗਾ, ਲੇਕਿਨ ਹੁਣ ਇਹ ਦੇਖੋ ਨਾ ਜਿਹੜੇ ਇੰਨੇ ਪਰੇਸ਼ਾਨ ਹੋ ਰਹੇ ਆ ਉਹਨਾਂ ਦਾ ਕੀ ਹਾਲ ਹੈ। ਅਸੀਂ ਖੁਦ ਦੇਖੋ ਕਿੱਥੇ ਖੰਨਾ ਆ ਖੜਾ ਇੱਥੋਂ ਦੀ, ਤੇ 3 ਘੰਟੇ ਹੋ ਗਏ ਸਾਨੂੰ ਉਰੇ ਬੈਠੇ ਨੂੰ। ਇਹ ਪਰੇਸ਼ਾਨੀ ਵੀ ਇਹਨਾਂ ਨੂੰ ਚੱਲਣੀ ਪੈ ਰਹੀ ਹੈ, ਲੇਕਿਨ ਅੱਗੇ ਵੀ ਜਿਹੜਾ ਇੱਕ ਧਰਨਾ ਜਿਸ ਕਰਕੇ ਲੱਗਿਆ ਤਾਂ ਉਹ ਵੀ ਹਾਦਸਾ ਬਹੁਤ ਵੱਡਾ ਹੈ। ਪਰ ਗੱਡੀਆਂ ਨੂੰ ਵਾਪਸ ਮੋੜਿਆ ਜਾ ਰਿਹਾ ਹੈ। ਤਕਰੀਬਨ 2 ਘੰਟੇ ਤੋਂ ਧਰਨਾ ਲੱਗਿਆ ਹੋਇਆ ਇੱਥੇ, ਔਰ ਰਾਹਗੀਰਾਂ ਦੀ ਪਰੇਸ਼ਾਨੀ ਵੀ ਨਜ਼ਰ ਆ ਰਹੀ ਹੈ। ਕਿਸੇ ਨੇ ਯੂਪੀ ਜਾਣਾ ਹੈ, ਕਿਸੇ ਨੇ ਖੰਨੇ ਜਾਣਾ ਹੈ, ਕਿਸੇ ਨੇ ਮੋਗੇ ਜਾਣਾ ਹੈ, ਤਾਂ ਹਾਲਾਤ ਗੰਭੀਰ ਨੇ। ਔਰ ਪਿੰਡ ਵਾਲੇ ਹੁਣ ਆ ਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਰਾਹਗੀਰਾਂ ਨਾਲ, ਪਰ ਤਸਵੀਰਾਂ ਬਹੁਤ ਹੀ ਉਦਾਸ ਕਰਨ ਵਾਲੀਆਂ ਨੇ। ਇਹ ਤਸਵੀਰਾਂ ਬਹੁਤ ਹੀ ਗਮਗੀਨ ਤਸਵੀਰਾਂ ਨੇ, ਪਿੰਡ ਚੱਕਦਾਨੇ ਤੋਂ ਤੁਹਾਨੂੰ ਦਿਖਾ ਰਹੇ ਹਾਂ। ਹਾਲਾਂਕਿ ਪਹਿਲਾਂ ਇਹ ਗੱਲ ਸੁਣਨ 'ਚ ਆਈ ਸੀ ਕਿ ਧਰਨਾ ਚੱਕਿਆ ਜਾ ਰਿਹਾ ਹੈ 304 ਧਾਰਾ 304 ਏ ਦੀ ਜਦੋਂ ਗੱਲ ਹੋਈ ਤਾਂ ਪਿੰਡ ਵਾਸੀਆਂ ਨੇ ਫਿਰ ਤੋਂ ਰੋਸ ਪ੍ਰਗਟ ਕੀਤਾ ਹੈ ਔਰ ਕਿਹਾ ਕਿ 304 ਏ ਨਹੀਂ 304 ਕੱਲੀ ਧਾਰਾ ਜਿਹੜੀ ਉਹ ਲੱਗਣੀ ਚਾਹੀਦੀ ਹੈ। ਤਾਂ ਉਸ ਤੋਂ ਬਾਅਦ ਫਿਰ ਤੋਂ ਧਰਨਾ ਜਿਹੜਾ ਉਹ ਲਗਾ ਦਿੱਤਾ ਗਿਆ ਹੈ। ਤਸਵੀਰਾਂ ਲੇਕਿਨ ਚੰਦ ਮਿੰਟ ਪਹਿਲਾਂ ਜਿਸ ਲੜਕੇ ਦੀ ਮੌਤ ਹੋਈ ਉਸ ਦੇ ਫਾਦਰ ਇੱਥੇ ਮੌਜੂਦ ਸੀਗੇ ਤਾਂ ਉਹ ਤਸਵੀਰਾਂ ਨਹੀਂ ਦੇਖੀਆਂ ਜਾ ਰਹੀਆਂ ਸੀ। ਆ ਜਾਓ ਰਾਸਤਾ ਨਹੀਂ ਖੁੱਲਣਾ, ਟੀਕੇ ਖੋਲ ਕੇ ਮੇਰਾ ਕੰਮ ਖਰਾਬ ਆ। ਆਹ ਰਾਸਤਾ ਨਹੀਂ ਖੁੱਲਣਾ ਸੀ। ਸਰਪੰਚ ਸਾਹਿਬ ਹੁਣ ਕਿੱਥੇ ਗੱਲ ਖੜੀ ਹੈ ਜੀ? ਅਜੇ ਤਾਂ ਦੇਖੋ ਪਬਲਿਕ ਨੂੰ ਮੈਂ ਸਮਝਾ ਰਹੀ ਹਾਂ, ਪਰ ਉਹ ਕਹਿੰਦੇ ਨਹੀਂ ਜਦ ਤੱਕ ਸਾਨੂੰ ਇਨਸਾਫ। ਪਬਲਿਕ ਡਿਮਾਂਡ ਕੀ ਕਰ ਰਹੀ ਹੈ? ਉਹੀ ਵੀ 304 ਜਿਹੜਾ 4 ਆ ਉਹਦਾ ਪਰਚਾ 304 ਹੀ ਲੱਗਣਾ ਚਾਹੀਦਾ, ਇਹ ਨਹੀਂ ਲੱਗਣਾ ਚਾਹੀਦਾ। ਹੁਣ ਉਹ ਪ੍ਰਸ਼ਾਸਨ ਨਾਲ ਕੀਤੀ ਗੱਲ, ਉਹ ਕਹਿੰਦੇ ਅਫਸਰ ਉੱਪਰੋਂ ਆਉਣ ਲੱਗੇ ਆ ਤੇ ਉਹ ਤੁਹਾਨੂੰ ਤਸੱਲੀ ਕਰਕੇ ਫੇਰ ਹੀ ਅਸੀਂ ਜਾਵਾਂਗੇ। ਉਹ ਚੱਲ ਗਏ ਜੀ, ਠੀਕ ਹੈ ਜੀ। ਬੁਲਾਉਂਦੇ ਆ ਜੀ सरपंच साहब किधर है? रुक जाओ भाई, रुक जाओ। सुन लो भाई गल। हाँ सरपंच साहब
ਦੇ ਵਿੱਚ ਪਰਚਾ ਦਰਜ ਹੋ ਗਿਆ ਆਨਲਾਈਨ ਹੋ ਜਾਂਦਾ ਬਿਆਨ ਦੀ ਬਸ 304 ਹੀ ਧਾਰਾ ਲਾਈ ਜਾਊਗੀ ਤੁਹਾਡੇ ਸਾਹਮਣੇ ਇੱਥੇ ਲਿਖ ਕੇ ਲਾਵਾਂਗੇ 304 ਸੁਣੋ ਗੱਲ ਸੁਣੋ ਉਹ 304 ਹੀ ਲਾਵਾਂਗੇ ਉਹ ਭਰਾਵਾ ਪਹਿਲਾਂ ਗੱਲ ਉਹ ਸੁਣ ਲਓ ਗੱਲ ਸੁਣੋ ਸਹੀ ਇੱਕ ਬੰਦਾ ਗੱਲ ਕਰੇ ਇੱਕ ਜਣਾ ਗੱਲ ਕਰੋ ਪਹਿਲਾਂ ਮੇਰੀ ਗੱਲ ਸੁਣੋ ਇੱਕ ਮਿੰਟ ਸ਼ਾਂਤੀ ਰੱਖੋ ਗੱਲ ਹੁਣ ਆਏ ਆ ਹੁਣ ਸੁਣੋ ਤਾਂ ਸਹੀ ਉਹ ਦੋ ਬੰਦੇ ਮੇਰੇ ਕੋਲ ਉੱਥੇ ਮੁਸਾਫਰਖਾਨੇ 'ਚ ਆਓ ਯਾਰ ਇੱਥੇ ਦੱਸ ਦੋ ਸਾਰੇ ਬੈਠੇ ਆ, ਸਾਰੇ ਦੁੱਖ ਨੂੰ ਬੈਠੇ ਓ ਯਾਰ ਲਿਖਣਾ ਕਹਿੰਦੇ ਬੈਠ ਕੇ ਲਿਖਣਾ ਵੀ ਆ ਨਾ ਬੈਠ ਕੇ ਲਿਖਾ ਦੋ ਲਿਆ ਕਹਿੰਦੇ ਬੰਦੇ ਦੋ ਜਾਓ ਚੱਲ ਰਾਜਵੀਰ ਆ ਚੱਲ ਇਹ ਨਾਲ ਲੈ ਹੋਰ ਕਿਹਨੂੰ ਲੈਣਾ ਜਿਨ੍ਹਾਂ ਨੂੰ ਜ਼ਿਆਦਾ ਸ਼ੱਕ ਆ ਉਹਨਾਂ ਨੂੰ ਲਿਆਓ 304 ਹੀ ਲੱਗਣੀ ਆ 304 ਹੋ ਗਿਆ ਕਹਿਤਾ ਉਹਨੇ ਜਿਹੜਾ ਬਿਆਨ ਲਿਖਿਆ ਜਿਹਨੂੰ ਬਿਆਨ ਆ ਪਰਮਜੀਤ ਮੁੰਡਾ ਪੱਕਾ ਜਿਹੜਾ ਉਹਦਾ ਚਾਚਾ ਡਰਾਈਵਰ ਜਿਹੜਾ ਯਾਰ ਉਹਨੂੰ ਕੋ ਬੁਲਾਓ ਜਿਹੜਾ ਤੁਹਾਡੇ ਸਾਹਮਣੇ ਬੈਠ ਕੇ ਲਿਖਦੇ ਜੋ ਵੀ ਲਿਖਾਣਾ ਲਿਖਾਓ ਨਹੀਂ ਮੇਰੀ ਗੱਲ ਸੁਣੋ ਭਾਜੀ ਤੁਸੀਂ ਦੋ ਬੰਦਿਆਂ ਨੂੰ ਫਸਾਣਾ ਚਾਹੁੰਦੇ ਆ ਕਿਹੜੇ ਬੰਦੇ ਜੋ ਹੁਣ ਤੁਸੀਂ ਨੌ ਪੁੱਛਦੇ ਆ ਤੁਸੀਂ ਜਿਹੜੇ ਹੁਣ ਤੁਸੀਂ ਪੁੱਛਦੇ ਆ ਉਹ ਭਰਾਵਾ ਪੁੱਛਦੇ ਨਹੀਂ ਆ ਉਹ ਐਕਸੀਡੈਂਟ ਕੇਸ ਹੈ ਐਕਸੀਡੈਂਟ ਦੇ ਬਿਆਨ ਕੀ ਕਰੀ ਜਾਂਦੇ ਉਹ ਕਿੱਥੇ ਗਏ ਮੈਂ ਤਾਂ ਹੀ ਨਾਲ ਵਕੀਲ ਸਾਹਿਬ ਨੂੰ ਬੁਲਾਇਆ ਹੈਗਾ ਤੂੰ ਉਹਨੂੰ ਦੱਸੀ ਜਾ ਆ ਯਾਰ ਇੱਕ ਮਿੰਟ ਤੁਹਾਡੇ ਮਨ ਦੀ ਗੱਲ ਆ ਨਾ ਸਾਹਿਬ ਕਿਸੇ ਨੂੰ ਨਹੀਂ ਦੇਣਾ ਕਿਸੇ ਨੂੰ ਨਹੀਂ ਦੇਣਾ ਨਹੀਂ ਨਾਂ ਨਹੀਂ ਦੇਣਾਗੇ ਨਾਂ ਨਹੀਂ ਦੇਣਾ ਭਰਾ ਮੇਰੀ ਗੱਲ ਸੁਣੋ ਮੇਰਾ ਬੇਨਤੀ ਹੈ ਨਹੀਂ ਪਹਿਲਾਂ ਸ਼ਾਂਤੀ ਦਾ ਰੱਖੋ ਬਿਆਨ ਲੈ ਕੇ ਤੁਹਾਡੀ ਸੱਲੀ ਕਰਾਉਗੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਲੇਕਿਨ ਹੁਣ ਇੱਕ ਮਿੰਟ ਭਾਜੀ ਬਿਆਨ ਪੜਾਣੇ ਆ ਉਹ ਸੈਨ ਬਾਅਦ ਚ ਕਰਨਗੇ ਕੇ ਫੇਰ ਮਸਲਾ ਬਣਾ ਉਹ ਬਿੰਦਰ ਚੰਗਾ ਲੱਗੂ ਫੇਰ ਕਰਨਾ ਬੋਲੀ ਨਹੀਂ ਬਿਆਨ ਚ ਕੀ ਸੈਨ ਬਾਅਦ ਚ ਕਰਾਂਗੇ ਹਾਂ ਸੈਨ ਬਾਅਦ ਚ ਕਰਨਾ ਪਹਿਲਾਂ ਲਿਖ ਲਈਏ ਪਹਿਲਾਂ ਲਿਖ ਲਈਏ ਇੱਕ ਦੋ ਜਣੇ ਪੁੱਛ ਲਓ ਸਾਰੇ ਨਾ ਬੋਲੋ ਵੀ ਕਹੋਗੇ ਤੁਸੀਂ ਲਿਖਣਾ ਲਿਖ ਲੈਂਦੇ ਤੁਸੀਂ ਆਪਣੇ ਬਿਆਨ ਲਿਖਾਓ ਜੀ ਐਕਸੀਡੈਂਟ ਕੇ ਲਊਗਾ ਕਲੀਅਰ ਕਰਕੇ ਫੇਰ ਪੰਚਾਇਤ ਸੈਨ ਠੀਕ ਹੈ ਉਹ ਪਹਿਲਾਂ ਸਾਰੀ ਸੈਟੀਸਫਾਈ ਹੋਊਗੀ ਫੇਰ ਕਰਾਂਗੇ ਪਹਿਲਾਂ ਤਸੱਲੀ ਹੋ ਲੈਂਦੋ ਲਿਖ ਲੈਂਦੋ ਸ਼ਾਂਤੀ ਰੱਖੋ ਤੁਸੀਂ ਲਿਖਾਓ ਪੰਚਾਇਤ ਸ਼ਾਂਤੀ ਰੱਖੋ ਦੇਖ ਲੈਣ ਦਿਓ ਬੱਗਾ ਕਿੱਥੇ ਉਹ ਬੱਗੇ ਨੂੰ ਬੁਲਾਓ ਬੱਗਾ ਕਿੱਥੇ ਬਸ ਬਹੁਤੇ ਬੰਦੇ ਆਉਣ ਦੀ ਲੋੜ ਨਹੀਂ ਕੋਈ ਲੋੜ ਨਹੀਂ ਬੈਠੋ ਭਾਜੀ ਆਓ ਬਾਕੀ ਕੋਈ ਨਹੀਂ ਜਾਨੂੰ ਰਸਤਾ ਜਾਵੇਂ ਰਹੂ ਚਲੋ ਲਿਖਾ ਲਓ ਤੁਸੀਂ ਜਾਓ ਜੀ ਲਿਖਾਓ ਲਿਖਾਓ 15 ਮਿੰਟ ਹਵਾ ਲੱਗ ਗਈ ਜਾਂਦੇ ਉਹ ਤੁਸੀਂ ਪਿੱਛੋਂ ਬੈਠੋ ਯਾਰ ਬੈਠੋ ਉਹ ਮੇਰੇ ਵੀਰੋ ਦੇਖੋ ਜਦੋਂ ਨਹੀਂ ਕਹਿਤਾ ਨਾ ਹੁਣ ਐਸਪੀ ਸਾਹਿਬ ਵੀ ਆ ਰਹੇ ਸਾਰੇ ਨਾਲ ਆ ਰਹੇ ਆ ਦੂਜੀ ਗੱਲ ਇਹ 304 ਲੱਗੂਗੀ ਇਹ ਤਾਂ ਪੱਕੀ ਆ ਗੱਲ ਦੂਜੀ ਗੱਲ ਇਹ ਆ ਵੀ ਜਦ ਤੱਕ ਉਹਨੂੰ ਵੀ ਕਸਟਡੀ ਵਿੱਚ ਪੁਲਿਸ ਦੇ ਅੰਦਰ ਰੱਖਿਆ ਜਾਊਗਾ ਇਹ ਸਾਡੀ ਸੰਦੀ ਹੁੰਦੀ ਠੀਕ ਹੈ ਕਿ ਨਹੀਂ ਅਜੇ ਇਹ ਥੋੜਾ ਮਤਲਬ ਉਹ ਬੰਦਾ ਥਾਣੇ 'ਚ ਬਿਠਾਈ ਰੱਖਣਾ ਉਹਨੂੰ ਕਰਾਂਗੇ ਅਸੀਂ ਕੋਈ ਇਦਾਂ ਦੀ ਗੱਲ ਨਹੀਂ ਹੈਗੀ ਲੇਕਿਨ ਇਦਾਂ ਆ ਵੀ ਜ਼ਰੂਰੀ ਆ ਇਹ ਕਿ ਸ਼ਾਂਤੀ ਬਣਾਈ ਰੱਖੋ ਸਾਰਿਆਂ ਨੇ ਕਿ ਜਿਹੜਾ ਕੰਮ ਹੋਣਾ ਸੀ ਉਹ ਅਸੀਂ ਸਾਨੂੰ ਵੀ ਦੁੱਖਿਆ ਸਾਰਿਆਂ ਨੂੰ ਦੁੱਖਿਆ ਇਸੇ ਦੁੱਖ ਦੀ ਘੜੀ ਦੇ ਵਿੱਚ ਆਪਾਂ ਇਹਦੇ ਵਿੱਚ ਸਾਂਝ ਹੋਈ ਆ ਅਸੀਂ ਸਾਰੇ ਇਕੱਠੇ ਹੋਏ ਆ ਜਦੋਂ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਇੱਥੇ ਬੈਠੇ ਆ ਸਾਡੀ ਇਹ ਵਿਸ਼ਵਾਸ ਸਾਨੂੰ ਦਵਾ ਦੇਣ ਅਸੀਂ ਸਾਰਾ ਕੁਝ ਸਾਡਾ ਹੱਲ ਆ ਅਸੀਂ ਹੱਲ ਕਰ ਸਕਦੇ ਬਿਆਨ ਲੈ ਕੇ ਸਾਰਾ ਕਲੀਅਰ ਕਰਾ ਦਿਓ ਸਾਰੇ ਆਪਣੇ ਪਾਪਾ ਨੂੰ ਬਸ ਹਾਂਜੀ ਇੱਕ ਭਾਜੀ ਆਪਾਂ ਕਹਿਣਾ ਚਾਹੁੰਦੇ ਆ ਕੁਝ ਨਹੀਂ ਕਰਦੇ ਇੱਕ ਆਪਾਂ ਕੁਝ ਕਹਿਣਾ ਚਾਹੁੰਦੇ ਆ ਆਪਣੇ ਨਾ ਟਿੱਪਰਾਂ ਵਾਲੀਆਂ ਟਰਾਲੀਆਂ ਔਰ ਟਿੱਪਰ ਬਹੁਤ ਚੱਲਦੇ ਆ ਇਸ ਰਸਤੇ ਤੋਂ ਬਹੁਤ ਜ਼ਿਆਦਾ ਚੱਲਦੇ ਆ ਅੱਜ ਤੋਂ 10 ਦਿਨ ਤੋਂ ਪਹਿਲਾਂ ਵੀ ਤੇ ਮਹੀਨਾ ਪਹਿਲਾਂ ਵੀ ਚੱਲਦੇ ਆ ਪਰ ਬਹੁਤ ਜ਼ਿਆਦਾ ਚੱਲਦੇ ਆ ਇਹ ਰੋਕਦੇ ਨਹੀਂ ਟਰੈਕਟਰ ਵੀ ਰੇਸ ਨਹੀਂ ਪੂਰੀ ਰੇਸ ਤੇ ਜਾਂਦੇ ਆ ਇਹ ਨਾ ਦੇਖਦੇ ਆ ਵੀ ਮੂਹਰੇ ਕੀ ਆਂਦਾ ਕੀ ਨਹੀਂ ਆਂਦਾ ਜਿਹੜਾ ਐਕਸੀਡੈਂਟ ਹੋਇਆ ਇਹ ਵੀ ਇਸੇ ਕਾਰਨ ਹੋਇਆ ਤੇ ਇਸੇ ਕਰਕੇ ਇਹਨੂੰ ਰੋਕਣਾ ਚਾਹੀਦਾ
ਤਾਂ ਇਸ ਵੇਲੇ ਹਾਲਾਤ ਜਿਹੜੇ ਤੁਸੀਂ ਦੇਖ ਸਕਦੇ ਹੋ ਬੜੇ ਹੀ ਗੰਭੀਰ ਬਣੇ ਹੋਏ ਆ ਹਾਲਾਤ, ਕਿਉਂਕਿ ਪਿੱਛੇ ਟ੍ਰੈਫਿਕ ਬਹੁਤ ਲੰਬਾ ਹੈ। ਤਾਂ ਪ੍ਰਸ਼ਾਸਨ ਦੁਰਾਹੇ ਤੇ ਹੈ, ਜਨਤਾ ਜਿਹੜੀ ਚੱਕਦਾਨੇ ਪਿੰਡ ਦੀ ਹੈ ਉਹ ਆਪਣੀ ਮੰਗ ਕਰ ਰਹੀ ਹੈ ਕਿ ਧਾਰਾ 304 ਲੱਗਣੀ ਚਾਹੀਦੀ ਹੈ, ਪਰ ਨਾਲ ਦੀ ਨਾਲ ਜਿਹੜੇ ਇੱਥੇ ਦੇ ਰਾਹਗੀਰ ਨੇ ਉਹ ਵੀ ਪਰੇਸ਼ਾਨ ਨੇ ਪਿਛਲੇ ਤਕਰੀਬਨ 2 ਘੰਟੇ ਤੋਂ। ਤਾਂ ਕੁਝ ਭੈਣਾਂ ਨੇ ਸਾਡੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਅੱਗੇ ਦੂਰ ਜਾਣਾ ਹੈ, ਕਿਸੇ ਨੇ ਖੰਨੇ ਜਾਣਾ ਹੈ, ਕਿਸੇ ਨੇ ਮੋਗੇ ਜਾਣਾ, ਤਾਂ ਇਹ ਵੀ ਇੱਕ ਪੱਖ ਹੈ। ਨਾਲ ਦੀ ਨਾਲ ਇਹ ਵੀ ਤਸਵੀਰਾਂ ਨੇ, ਪਰ ਜਦ ਪਿੰਡ ਵਾਸੀਆਂ ਵੱਲ ਦੇਖਦੇ ਆ ਤਾਂ ਉਸ ਨੌਜਵਾਨ ਵੱਲ ਦੇਖਦੇ ਜਿਸ ਦੀ ਮੌਤ ਹੋ ਗਈ ਹੈ, ਉਸਦੇ ਪਰਿਵਾਰ ਵੱਲ ਦੇਖਦੇ ਆ ਤਾਂ ਉਸ ਤੋਂ ਵੱਡਾ ਕੋਈ ਦੁੱਖ ਹੋਰ ਨਹੀਂ ਹੋ ਸਕਦਾ, ਇਹ ਵੀ ਅੰਦਾਜ਼ਾ ਹੁੰਦਾ। ਲੇਕਿਨ ਰਾਹਗੀਰਾਂ ਲਈ ਰਸਤਾ ਕਲੀਅਰ ਹੋਣਾ ਵੀ ਬਹੁਤ ਜ਼ਰੂਰੀ ਹੈ। ਤਾਂ ਪੁਲਿਸ ਆਪਣੀ ਕਾਰਗੁਜ਼ਾਰੀ ਕਰ ਰਹੀ ਹੈ। ਮਸਲਾ ਗੰਭੀਰ ਬਣਿਆ ਹੋਇਆ ਹੈ। ਤਸਵੀਰਾਂ ਪਿੰਡ ਚੱਕਦਾਨੇ ਤੋਂ ਤੁਸੀਂ ਦੇਖ ਰਹੇ ਹੋ। ਫੋਰਚੂਨਰ ਜਿਹੜੇ ਹੁਣੇ ਜੁੜੇ ਉਹਨਾਂ ਨੂੰ ਦੱਸ ਦਈਏ ਕਿ ਫੋਰਚੂਨਰ ਗੱਡੀ ਅੱਜ ਜਿਹੜੀ ਹੈ ਉਹ ਪਹਿਲਾਂ ਦੱਸਿਆ ਜਿਵੇਂ ਜਾ ਰਿਹਾ ਇੱਕ ਅਲਟੋ ਕਾਰ ਨੂੰ ਹਿੱਟ ਕਰਦੀ ਹੈ, ਉਸ ਤੋਂ ਬਾਅਦ ਚੌਂਤੇ 'ਚ ਜਾ ਕੇ ਵੱਜਦੀ ਹੈ। ਇੱਕ ਬਜ਼ੁਰਗ ਮਹਿਲਾ ਅਤੇ ਇੱਕ 17-18 ਸਾਲਾ ਨੌਜਵਾਨ ਨੂੰ ਦਰੜ ਦਿੰਦੀ ਹੈ, ਜਿਸ ਵਿੱਚ 17-18 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਮੌਕੇ ਤੇ, ਔਰ ਬੜੀ ਹੀ ਦਰਦਨਾਕ ਮੌਤ ਹੋਈ ਹੈ। ਤੇ 18 ਸਾਲਾ ਔਰ ਜਿਹੜਾ ਬੱਚਾ ਉਸ ਦੀ ਮੌਤ ਹੋ ਗਈ। ਜਿਹੜੀ ਮਹਿਲਾ ਹੈ ਉਹ ਹੁਣ ਇੱਕ ਨਿੱਜੀ ਹਸਪਤਾਲ ਵਿੱਚ ਐਡਮਿਟ ਹੈ ਤੇ ਉਹਨਾਂ ਦੀ ਇੱਕ ਲੱਤ ਕੱਟਣੀ ਪੈ ਰਹੀ ਹੈ। ਇਹ ਦੱਸਿਆ ਜਾ ਰਿਹਾ, ਇਹ ਵੱਡਾ ਸਮਾਚਾਰ ਜਿਹੜਾ ਪਹੁੰਚਿਆ ਕਿ ਉਹਨਾਂ ਦੀ ਇੱਕ ਲੱਤ ਵੱਢਣੀ ਪੈ ਰਹੀ ਹੈ। ਤਾਂ ਇਹ ਮਾਮਲਾ ਗੰਭੀਰ ਬਣਿਆ ਹੋਇਆ ਔਰ ਪਿੰਡ ਵਾਸੀਆਂ ਨੇ ਏਕਾ ਦਿਖਾਇਆ। ਪਿੰਡ ਵਾਸੀਆਂ ਨੇ ਪੈਸੇ ਵੀ ਇਕੱਠੇ ਕੀਤੇ ਹੈ ਤਾਂ ਜੋ ਔਰਤ ਦਾ ਇਲਾਜ ਕਰਵਾਇਆ ਜਾ ਸਕੇ। ਪੁਲਿਸ ਫੋਰਸ ਇੱਥੇ ਮੌਜੂਦ ਹੈ। ਪਿੰਡ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਟ੍ਰੈਫਿਕ ਕਲੀਅਰ ਹੋ ਸਕੇ। ਔਖੀ ਕਲੀਅਰ ਹੋਣੀ ਹੈ ਭੈਣ ਚ 2 ਘੰਟੇ। ਇਹ ਜੋ ਬਲੂ ਟੀ-ਸ਼ਰਟ ਵਿੱਚ ਨੇ ਲੜਕੇ ਦੇ ਚਾਚਾ ਜੀ ਨੇ, ਪਰ ਲੜਕੇ ਦੇ ਪਿਤਾ ਦੀ ਜਦੋਂ ਤਸਵੀਰਾਂ ਅਸੀਂ ਤੁਹਾਨੂੰ ਸ਼ਾਮੀ ਦਿਖਾਈਆਂ ਸੀ ਤਾਂ ਬਹੁਤ ਹੀ ਗਮਗੀਨ ਮਾਹੌਲ ਸੀ, ਕਿਉਂਕਿ ਜਿਸ ਦੇ ਘਰ ਵਿੱਚ 70 ਵਿਸ ਜਾਣ, ਜਿਸ ਦੇ ਘਰ ਦਾ ਚਿਰਾਗ ਬੁਝ ਜਾਵੇ, ਇਹ ਉਹਨਾਂ ਨੂੰ ਪਤਾ ਹੁੰਦਾ। ਤੇ ਲੜਕੇ ਦੇ ਚਾਚਾ ਜੀ ਜਿਹੜੇ ਨੇ ਉਹ ਆਪਣਾ ਪੱਖ ਰੱਖ ਰਹੇ ਨੇ ਪੁਲਿਸ ਦੇ ਅੱਗੇ। ਮੇਰੀ ਗੱਲ ਸੁਣੋ, ਤੁਹਾਡੀ ਗੱਲ ਜਦੋਂ ਬ੍ਰਦਰ ਤੁਸੀਂ ਕੱਲੀ ਨੂੰ ਪੁੱਛੋਗੇ ਨਾ, ਤੁਸੀਂ ਕਿਹੜੇ 2-4 ਬੰਦੇ ਲਿਆਓ, ਲਿਆਓ 2-4 ਰਿਟਰਨ ਦੇ ਦਿਓ 304 ਦਾ ਕਿਹੜਾ ਦਿਖਾਓ ਤੁਸੀਂ ਸਾਨੂੰ ਕਿੱਥੇ ਉਹ ਯਾਰ ਤੁਸੀਂ ਸਾਈਨ ਕਰੋ ਤਾਂ ਹੀ ਕਰਾਂਗੇ। ਸਾਈਨ ਨਹੀਂ ਕੀਤੇ ਕਿਸੇ ਉਹ ਭਰਾ ਤੁਸੀਂ ਦਿਖਾਇਆ ਛੋਟਾ ਪਾਸੇ ਕਰੋ ਆ ਦੇਖੀ ਅਮੂਨ ਨੰਗਲਾਂ ਦੇ ਪਾਸੇ ਚੱਲ ਮੂਨ ਕਾਰਵਾਈ ਪੁਲਿਸ ਲਿਖੀ ਜਾਵੇ ਤੁਸੀਂ ਸਾਈਨ ਕਰੋ ਤਾਂ ਹੀ ਆਪਾਂ ਉਹ ਬਿਆਨ ਹੈ, ਉਹ ਇਹਦਾ ਬਿਆਨ ਹੈ, ਉਹਦੇ ਬੰਦ ਥੱਲੇ ਸਾਈਨ ਪੁਲਿਸ ਨੇ ਤਸਦੀਕ ਕਰਨ, ਉਹ ਤੋਂ ਥੱਲੇ ਕਾਰਵਾਈ ਪੁਲਿਸ ਨੇ ਮੈਂ ਇੱਥੇ ਪਹੁੰਚਿਆ, ਆਹ ਐਕਸੀਡੈਂਟ ਹੋਇਆ, ਆਹ ਮੈਨੂੰ ਬਿਆਨ ਕਰ, ਇਹ ਤੋਂ ਧਾਰਾ 304 ਇਹ ਆਈਪੀਸੀ ਦੀ ਬਣਦੀ ਹੈ, ਜਿਹੜਾ ਪਰਚਾ ਦਰਜ ਕਰਕੇ ਥਾਣੇ ਭੇਜਿਆ ਜਾਂਦਾ ਹੈ, ਫਿਰ ਦਰਜ ਕਰਕੇ ਨੰਬਰ ਤੋਂ ਜਾਣੂ ਕੀਤਾ ਜਾਵੇ, ਤਾਂ ਹੀ ਹੋਊਗਾ ਯਾਰ। ਉਤਨੇ ਹੀ ਹਵਾ 'ਚ ਕਿੱਥੋਂ 304 ਤੁਸੀਂ ਸਾਈਨ ਕਰਾਓ, ਤੁਸੀਂ ਵਕੀਲ ਸਾਹਿਬ ਆ ਸਮਝਾਓ ਫਿਰ ਬਾਕੀ ਮੈਨੂੰ ਪਤਾ ਨਹੀਂ ਸਾਰਾ ਤੁਹਾਨੂੰ ਇਹ ਗੱਲੇ ਖਤਮ ਹੈ। ਰਾਜੇ ਸਮਝਾ ਦੇ ਤੂੰ ਉਹ ਇੱਥੇ ਬੁਲਾ ਦੇ ਉਧਰ ਲੈ ਜਾਓ, ਉਧਰ ਆ ਜਾਓ, ਛੱਡ ਆਪਣੀ ਤਸੱਲੀ ਨਾ ਕਰਾਣਾ ਨਹੀਂ ਆਪਣੀ ਤਸੱਲੀ ਕਰਕੇ ਆਪਾਂ ਇਹਨਾਂ ਸਲਾਹ ਤਾਂ ਪਿਛਲੇ ਤਕਰੀਬਨ 2-2.5 ਘੰਟੇ ਤੋਂ ਚੱਕਦਾਨੇ ਵਿਖੇ ਧਰਨਾ ਬਰਕਰਾਰ ਹੈ ਔਰ ਪਿੰਡ ਵਾਸੀ ਆਪਣੀਆਂ ਮੰਗਾਂ ਨੂੰ ਲੈ ਕੇ, ਆਪਣੀ ਮੰਗ ਨੂੰ ਲੈ ਕੇ ਇਕੱਤਰਿਤ ਨੇ ਔਰ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਪੁੱਤ ਗਿਆ। ਤਾਂ ਪੂਰਾ ਪਿੰਡ, ਹਾਲਾਂਕਿ ਔਰਤਾਂ ਵੀ ਇੱਥੇ ਮੌਜੂਦ ਹੈ,
ਪਿੰਡ ਦੇ ਜਿਹੜੇ ਬਜ਼ੁਰਗ ਨੇ ਉਹ ਬਾਰ-ਬਾਰ ਆ ਕੇ ਇਹੀ ਕਹਿ ਰਹੇ ਆ ਕਿ ਸ਼ਾਂਤਮਈ ਰਹਿਣਾ ਹੈ, ਸ਼ਾਂਤਮਈ ਰਹਿਣਾ ਹੈ, ਕਿਸੇ ਨੇ ਕੋਈ ਹੁੱਲੜਬਾਜ਼ੀ ਨਹੀਂ ਕਰਨੀ। ਤਾਂ ਪਿੰਡ ਦੇ ਬਜ਼ੁਰਗ ਇਹ ਸਮਝਾ ਰਹੇ ਆ। ਪਹਿਲਾਂ ਬੰਦਾ ਲਿਆਓ, ਬੰਦਾ ਲਿਆਓ, ਸਾਨੂੰ ਬੰਦਾ ਚਾਹੀਦਾ ਇੱਥੇ। ਕਿੱਥੇ ਚਲ ਗਿਆ ਉਹ ਦੱਸੋ, ਨਵੇਂ ਯਾਰ ਸਾਨੂੰ ਬੰਦਾ ਚਾਹੀਦਾ ਯਾਰ ਇੱਥੇ ਜਿਹੜਾ ਛੇੜ ਕੀਤਾ। ਲਿਆਓ ਬੰਦਾ, ਕਿੱਥੇ ਆਓ ਬੰਦਾ ਲਿਆਓ, ਕਿੱਥੇ ਆ? ਨਹੀਂ ਫਾਰੇ ਨਹੀਂ ਪਤਾ ਹੁੰਦਾ, ਬੰਦਾ ਲਿਆਓ, ਕਿੱਥੇ ਆਓ ਪਹਿਲਾਂ। ਇਹਦੀ ਗੱਡੀ ਚੱਕੋ, ਭੈਣ ਚੋਦ ਅਗਲਾ ਭੈਣ ਚੋਦ ਦੀ ਗੱਡੀ ਨੂੰ ਮਾਪੇ ਕਿੱਥੇ ਸਾਨੂੰ ਕੋਈ ਧਾਰਾ ਵੀ ਚਾਹੀਦੀ, ਵੱਧ ਚੱਕਾਂਗੇ। ਪਹਿਲਾਂ ਬੰਦਾ ਲਿਆਓ, ਕਿੱਥੇ ਆ? ਗੱਡੀ ਨੂੰ ਮਾਰ ਜੋ ਭੈਣ ਮੁੰਡਾ ਖਤਮ ਕਰਕੇ ਰਾਤਾ ਸਾਲਿਆਂ ਨੇ ਸਾਡਾ। ਸਰਪੰਚ ਸਾਹਿਬ ਅਪੀਲ ਕਰੋ ਕਿ ਸ਼ਾਂਤਮਈ ਰਹਿਣ, ਸ਼ਾਂਤਮਈ ਰਹਿਣ, ਇਹਨਾਂ ਨੂੰ ਕਹੋ ਸ਼ਾਂਤਮਈ ਰਹੋ ਪਲੀਜ਼। ਮੇਰੀ ਗੱਲ ਸੁਣੋ, ਮੇਰੇ ਹੱਥ ਜੋੜ ਕੇ ਬੇਨਤੀ ਆ, ਸਾਰੇ ਜਾਣੇ ਮੇਰੇ ਜਿੰਨੇ ਵੀ ਭਰਾ ਵੀਰ, ਮੇਰੇ ਬੱਚੇ ਬਜ਼ੁਰਗ ਜਿੰਨੇ ਵੀ ਹੈਗੇ ਆ, ਸਾਰੇ ਕਿਰਪਾ ਕਰਕੇ ਸ਼ਾਂਤੀ ਬਣਾਈ ਰੱਖੋ, ਹੁੱਲੜਬਾਜ਼ੀ ਨਾ ਕਰੋ। ਇਹ ਮਿਹਨਤੀ ਦੀ ਗੱਲ ਆ। ਦੇਖੋ, ਇਹ ਦੁੱਖ ਦੀ ਘੜੀ ਵਿੱਚ ਜ਼ਰੂਰ ਸਾਡੇ ਅਸੀਂ ਨਾਲ ਆ, ਸਾਰਿਆਂ ਦੇ ਨਾਲ ਆ, ਪਰ ਇਹਦਾ ਹੁੱਲੜਬਾਜ਼ੀ ਦੇ ਨਾਲ ਇਹ ਬਹੁਤਾ ਕੰਮ ਇਦਾਂ ਦਾ ਨਾ ਕਰੋ। ਪਰ ਇਹ ਗੱਲ ਹੈਗੀ ਆ, ਦੇਖੋ ਸਾਰੀ ਗੱਲ ਜੋ ਹੋਈ ਆ, ਹੁਣ ਅਸੀਂ ਉਹਨਾਂ ਨਾਲ ਗੱਲ ਹੋ ਗਈ ਆ। ਇੱਕ ਦਿਨ ਹੀ ਮੁਕੰਦਪੁਰ ਕਰਾਇਆ ਟੈਸਟ, ਇੱਕ ਅਸੀਂ ਉਹਨਾਂ ਨਾਲ ਫੋਨ ਤੇ ਹੁਣ ਗੱਲ ਹੋ ਗਈ ਆ। ਉਹ ਕਹਿੰਦੇ ਨਵੀਂ ਸ਼ਹਿਰ ਇੱਕ ਆਪਾਂ ਆਪਣੀ ਸੱਲੀ ਦੇ ਕਰਾ ਲੈਣੇ ਆ। ਠੀਕ ਹੈ, ਉਹ ਬੰਦਾ ਆਊਗਾ ਭਾਜੀ, ਉਸ ਤੋਂ ਬਾਅਦ ਜੋ ਵੀ ਕਾਰਵਾਈ। ਬੰਦੇ ਨੂੰ ਏਦਾਂ ਦਾ ਬੰਦਾ ਉੱਥੇ ਲੈ ਕੇ ਜਾ, ਨਵੇਂ ਸ਼ਹਿਰ ਨਾਲ ਲੈ ਕੇ ਜਾਵਾਂਗੇ, ਅਸੀਂ ਪੂਰੀ ਸੱਲੀ ਕਰਕੇ ਆਵਾਂਗੇ। ਇਦਾਂ ਦੀ ਕੋਈ ਗੱਲ ਨਹੀਂ ਹੈਗੀ, ਪਰ ਤੁਸੀਂ ਸ਼ਾਂਤੀ ਮੇਰਾ ਵੀਰ ਸਾਰਿਆਂ ਨੇ ਬੁਲਾਏ ਰੱਖੋ। ਭਾਜੀ ਇੱਕ ਬੇਨਤੀ ਹੋ ਰਿਹਾ ਕਮੇਟੀ, ਠੀਕ ਆ, ਤੁਸੀਂ ਜੋ ਟੈਸਟ ਜਿਹੜੇ ਮਰਜ਼ੀ ਕਰਾ ਲਓ, ਪਰ ਜਦ ਤੇ ਸਾਡੀ ਸਾਰੀ ਸੰਗਤ ਦੀ ਪਿੰਡ ਦੀ ਤਸੱਲੀ ਨਹੀਂ ਹੁੰਦੀ, ਅਸੀਂ ਨਹੀਂ ਉੱਠਣਾ ਤੋਂ ਬਸ। ਦੇਖੋ ਜਿਹੜੇ ਧਾਰਾ ਆ, ਤੁਹਾਡੇ ਕੋਲ ਸਾਰਾ ਕੁਝ ਆ ਜਾਣਾ, ਆਪਾਂ ਦੇਖਾਂਗੇ, ਕਾਪੀ ਤੁਹਾਡੇ ਹੱਥ ਆ ਜੂਗੀ, ਫਿਰ ਤੁਸੀਂ ਆਪਣਾ ਤਸੱਲੀ ਕਰਕੇ ਫਿਰ ਆਪਾਂ ਉਹ ਕਰਾਂਗੇ। 304 ਹੀ ਆ, ਮੁੰਡਾ ਹੈਗਾ ਵਕੀਲ ਨਾਲ ਹੀ, ਉਹ 304 ਭਾਜੀ ਪਲੀਜ਼ ਸ਼ਾਂਤੀ ਬਣਾ ਲਓ, ਪਲੀਜ਼ ਬੇਨਤੀ ਹੈ, ਸ਼ਾਂਤੀ ਬਣਾ ਲਓ ਯਾਰ। 304 ਹੀ ਲੱਗੂਗੀ, 304 ਹੀ ਲੱਗੂਗੀ। ਜਿਹੜੀ ਤਾਰਾ ਲੱਗਦੀ ਆ ਉਹ ਬਣਾਓ, ਬੇਨਤੀ ਸ਼ਾਂਤੀ ਬਣਾ ਲਓ। ਇੱਕ ਮਿੰਟ ਭਾਜੀ, ਟੀਵੀ ਬੱਤੀ ਵਾਲਿਓ, ਤੁਸੀਂ ਵੀ ਸ਼ਾਂਤੀ ਰੱਖਿਓ, ਨਾ ਲਾਇਓ ਲਾਈਓ। ਨਹੀਂ ਲੈ ਲਾ ਦੇ ਯਾਰ, ਲਾ ਦੇ ਯਾਰ, ਲਾ ਦੇ। ਨਹੀਂ ਕੋਈ ਗੱਲ ਨਹੀਂ ਲਾ ਦੇ ਯਾਰ, ਕਰ ਦਿੱਤਾ। ਠੀਕ ਹੈ, ਠੀਕ ਹੈ, ਆ ਜਾਓ, ਆ ਭਾਜੀ ਪੱਕੇ
यार अगे टाइम भरे होगा अगा भरे होगा ਬੱਗੇ ਬੱਗੇ ਇਧਰ ਬੱਗੇ ਓ ਬੱਗੇ ਵਿਚਾਰ ਕਰ ਰਹੇ ਆ ਆਪਾਂ ਕੋਈ ਤੱਤੀ ਤਕਰੀਰ ਨਾ ਕਰੀਏ ਬਸ ਬੇਨਤੀ ਇੰਨੀ ਮੰਗ ਸਾਰੇ ਸ਼ਾਂਤੀ ਆ ਭਾਜੀ ਕੋਈ ਨਹੀਂ ਬੋਲਦਾ ਆਪਾਂ ਖੜੇ ਹੀ ਆ ਤੁਸੀਂ ਵੀ ਸੁਣ ਲਓ ਤੇ ਇਹ ਮਤਲਬ ਐਕਸੀਡੈਂਟ ਕੇਸ ਆ ਚਲੋ ਕਾਫੀ ਜ਼ਿਆਦਾ ਦੁਆ ਹੋਇਆ ਇਹ ਪਰ ਮਾੜੀ ਗੱਲ ਹੋਈ ਆ ਇਹ ਮੁੰਡੇ ਥੋੜੇ ਦੂਏ ਹੋ ਗਏ ਪਰ ਇਹਦਾ ਹੁਣ ਫੈਸਲਾ ਤਾਂ ਕਰਨਾ ਪਊ ਹੁਣ ਅਸੀਂ ਪਿੰਡ ਨੂੰ ਪੁੱਛ ਰਹੇ ਆ ਕੀ ਫੈਸਲਾ ਕਰਨਾ ਭਾਜੀ ਫੈਸਲਾ ਕਿਆ ਕਰਦਾ ਯਾਨੀ ਭਾਜੀ ਇਹ ਫੈਸਲਾ ਕਿਆ ਕਰਨਾ ਫੈਸਲਾ ਜਿਹੜੀ ਉਹ ਬੰਦਾ ਮਰ ਗਿਆ ਤੇ ਭਾਜੀ ਮਰਾਂਗੇ ਟਾਈਮ ਲੱਗਦਾ ਕਾਰਵਾਈ ਹੋਣੀ ਆ ਉਹਨਾਂ ਦੀ ਇਹ ਗੱਲ ਨਹੀਂ ਉਹ ਕਹਿੰਦੇ ਨਾ ਉਹਦਾ ਮਾਂ ਪਿਓ ਕੋਈ ਆਇਆ ਕੋਈ ਆਉਂਦਾ ਤਾਂ ਵੀ ਆਇਆ ਇਹਨਾਂ ਨੂੰ ਆਦੇ ਉਹਨਾਂ ਦਲਾਸਾ ਦੇਣੀ ਚਾਹੀਦੀ ਸੀ ਯਾਰ ਉਹ ਦਲਾਸਾ ਦੇਣੀ ਚਾਹੀਦੀ ਸੀਗੀ ਕੋਰਟ 'ਚ ਵੀ ਜਾਓਗੇ ਫੈਸਲਾ ਹੁਣ ਭਾਜੀ ਉਹ ਠੀਕ ਵਾ ਉਹਨਾਂ ਦੇ ਫੈਸਲਾ ਉਹਦਾ ਫੈਸਲਾ ਯਾਰ ਉਹਦਾ ਫੈਸਲਾ ਹੈ ਫੈਸਲਾ ਹੁਣ ਦੱਸੋ ਇਹ ਆਪਾਂ ਪਿੰਡ ਵਾਲੇ ਖੜੇ ਸਾਰੇ 2-3 ਪਿੰਡਾਂ ਵਾਲੇ ਖੜੇ ਆ ਤੇ ਕੀ ਕਹਿਣਾ ਚਾਹੁੰਦੇ ਆ ਬੰਦੇ ਵੱਡੇ ਬੰਦਾ ਕਹਿਣਾ ਚਾਹੁੰਦੇ ਸਾਰੇ ਦੱਸੋ ਬੰਦੇ ਵੱਡੇ ਬੰਦਾ ਬੰਦੇ ਵੱਡੇ ਬੰਦਾ ਚਾਹੀਦਾ ਬੰਦੇ ਵੱਡੇ ਬੰਦਾ ਇੱਕ ਮਿੰਟ ਭਾਜੀ ਸੁਣ ਲਓ ਸਾਰਿਆਂ ਦੀ ਗੱਲ ਸੁਣ ਲਓ ਬੰਦੇ ਵੱਡੇ ਬੰਦਾ ਚਾਹੀਦਾ ਕੋਈ ਫੈਸਲਾ ਨਹੀਂ ਇਹ ਪਹਿਲਾਂ ਮੈਂ ਪੁੱਛਿਆ ਨਾ ਬੰਦੇ ਵੱਡੇ ਬੰਦਾ ਅਮਨ ਭਾਜੀ ਸਾਰੇ ਚੁੱਪ ਕਰੋ ਇੱਕ ਬੰਦਾ ਬੋਲੋ ਫੇਰ ਪਤਾ ਲੱਗੂ ਪੁੱਛਿਆ ਨਾ ਬੰਦੇ ਵੱਡੇ ਬੰਦਾ ਦੇ ਇਹ ਭਾਜੀ ਉਹਦਾ ਬੰਦੇ ਵੱਡੇ ਕਿੱਥੇ ਆ ਇਹ ਪਹਿਲਾਂ ਗੱਲ ਜੋ ਕਿ ਪਤਾ ਚੱਲ ਗਿਆ ਇਹ ਬੰਦੇ ਵੱਡੇ ਬੰਦਾ ਇਹਦਾ ਮਾਦਾ ਕਰਿਆ ਬੰਦੇ ਵੱਡੇ ਬੰਦਾ ਇਹਨੇ ਮਾਰਿਆ ਚੱਕਰ ਦੀ ਗੱਲ ਖਤਮ ਭਾਜੀ ਤੁਸੀਂ ਸ਼ਾਂਤੀ ਕਰਕੇ ਨਾ ਇਹ ਫੈਸਲਾ ਦੇ ਦਿਓ ਇੱਕ ਫੈਸਲਾ ਦਿਓ ਭਾਜੀ ਸਾਰੇ ਚੁੱਪ ਕਰੋ ਗੱਲ ਕਰਦੇ ਇੱਕ ਬੰਦਾ ਬੋਲੋ ਭਾਜੀ ਲਾਈਵ ਤਸਵੀਰਾਂ ਪਿੰਡ ਚੱਕਦਾਨਾ ਤੋਂ ਤੁਸੀਂ ਦੇਖ ਰਹੇ ਹੋ ਪੀ ਬੱਤੀ ਨਵਾਂ ਸ਼ਹਿਰ ਚੈਨਲ ਤੇ ਦੱਸ ਦਈਏ ਕਿ ਫੋਰਚੂਨਰ ਗੱਡੀ ਵੱਲੋਂ ਹਿੱਟ ਕੀਤੀ ਜਾਂਦੀ ਹੈ ਤੇ ਇੱਕ 18 ਸਾਲ ਦਾ ਲੜਕਾ ਜਿਹੜਾ ਹੈ ਉਹਦੀ ਮੌਕੇ 'ਤੇ ਡੈਥ ਹੋ ਜਾਂਦੀ ਹੈ। ਉਸ ਤੋਂ ਬਾਅਦ ਪਿੰਡ ਵਾਸੀਆਂ ਵੱਲੋਂ ਚੱਕਦਾਨਾ ਮੇਨ ਰੋਡ ਦੇ ਵਿਖੇ ਤਕਰੀਬਨ 3 ਘੰਟੇ ਤੋਂ ਮੁੰਡੇ ਦਾ ਬਾਪ ਦਾ ਇਹਦਾ ਬਿਆਨ ਲਓ ਹਾਂਜੀ ਦੱਸੋ ਮੇਰਾ ਤੋਂ ਹੱਲ ਕਰੋ ਪੱਤਰਕਾਰ ਸਾਹਿਬ ਹੱਲ ਕਰੋ ਮੇਰਾ ਹਾਂਜੀ ਦੱਸੋ ਬੰਦਾ ਲਿਓ ਇੱਥੇ
ਮਜ਼ਦੂਰ ਬੰਦਾ ਦਿਹਾੜੀ ਕਹਿੰਦਾ ਜਿਹੜਾ ਪੁੱਤ 24 ਸਾਲ ਦਾ ਮਰਦਾ ਮੈਂ ਕਿੱਥੇ ਮਰੂੰਗਾ ਭੈਣ ਜੋ ਮੈਂ ਓਏ ਉਹ ਕਿੱਥੇ ਜਾਊਂਗਾ ਮੈਂ ਕਿੱਥੋਂ ਮੈਂ ਖਾਣਾ ਕਬੀਲਦਾਰ ਬੰਦਾ ਮੈਂ ਕਿੱਥੇ ਜਾਣਾ ਮੈਂ ਗਰੀਬ ਬੰਦਾ ਉਹਦਾ ਮੁੰਡਾ ਮਰ ਗਿਆ ਦੱਸੋ ਉਹ ਮੈਂ ਪਤਨੀ ਘਰ ਪਤਾ ਨਹੀਂ ਕੀ ਕੀਤਾ ਅੱਜ ਮੇਰੇ ਲੱਖੀਆਂ ਮੇਰਾ ਭੈਣੋ ਕਿੰਨੇ ਸਾਲ ਹੋ ਗਏ ਉਹਨੂੰ ਪਾਲਦੇ ਨੂੰ ਬੋਲਿਓ ਨਾ ਬਾਜੀ ਬੋਲੋ ਕੋਈ ਹੱਦ ਹੁੰਦੀ ਹੈ ਸਾਰੀ ਕੋ ਚਾਰ ਪਿੰਡ ਸੌਂਦੇ ਟੱਕਰ ਆਪਰ ਦਾ ਸਭ ਮਰੇ ਗਿਆ ਕੋਈ ਗਰੀਬ ਵਾਲੇ ਕੋ ਹੱਥ ਕਰ ਨਹੀਂ ਸਕਦਾ ਕੋਈ ਕਾਹਦਾ ਕਾਨੂੰਨ ਹੈ ਪੰਜਾਬ ਦੇ ਵਿੱਚ ਇਹ ਜਿਹੜਾ ਨੌਜਵਾਨ 24 ਸਾਲ ਦਾ ਮੇਰਾ ਕਮਾਉਣਾ ਮਾਰਦਾ ਤਾਂ ਉਹ ਮਰ ਜਾ ਮੇਰਾ ਕਿਹੜਾ ਬੰਦਾ ਸੀ ਮਾੜੀ ਗੱਲ ਆ ਜੀ ਇਹ ਸਾਹਿਬ ਨਹੀਂ ਇੱਥੇ ਲੈ ਕੇ ਆਓ ਬੰਦਾ ਉਹ ਇੱਥੇ ਲੈ ਆਓ ਇੱਥੇ ਸਾਨੂੰ ਚਾਹੀਦਾ ਬੰਦਾ ਲੈ ਕੇ ਆਓ ਮੈਂ ਇੱਕ ਗੱਲ ਕਹਿਣਾ ਜੀ ਅਮਰਜੀਤ ਭਾਜੀ 2 ਮਿੰਟ ਉਹ ਯਾਰ ਬੋਲਦੇ ਆ ਉਹਨਾਂ ਨੂੰ ਗੱਲ ਕਰ ਲੈ ਜੀ ਕੀ ਉਹ ਬੁੰਡੀ ਮੈਨੂੰ ਕਹੀ ਜਾਂਦਾ ਦੱਸੋ ਮੇਰਾ ਕੋ ਮਾਰਾ ਹੱਲ ਕਰੋ ਮੇਰਾ ਇਹ ਕਹੂੰਗਾ ਪੱਤਰਕਾਰਾਂ ਨੂੰ ਕਹੂੰਗਾ ਮੀਡੀਆ ਨੂੰ ਕਹੂੰਗਾ ਸਾਰਿਆਂ ਨੂੰ ਕਹੂੰਗਾ ਮੇਰਾ ਹੱਲ ਕੀਤਾ ਜਾਵੇ ਉਹ ਬੰਦਾ ਮੈਨੂੰ ਪੇਸ਼ ਕੀਤਾ ਜਾਵੇ ਬਸ ਮੈਂ ਹੋਰ ਕੋਈ ਬੇਇਨਸਾਫੀ ਨਹੀਂ ਹੋਣੀ ਚਾਹੀਦੀ ਇਨਸਾਫ ਮਿਲਣਾ ਚਾਹੀਦਾ ਅਸੀਂ ਨਹੀਂ ਕੱਲੇ ਗੱਲਾਂ ਪੁੱਤ ਸੀਗਾ ਇਹਨਾਂ ਦਾ ਗੱਡੀ ਖੜੀ ਹੈ ਮੈਨੇਜਰ ਨਹੀਂ ਉੱਠਣਾ ਜਾਂਦੇ ਇਨਸਾਫ ਨਹੀਂ ਮਿਲਦਾ ਇੱਥੇ ਬੈਠਾ ਇਹ ਮੈਂ ਕਹਾਂ ਮੈਂ ਕਿਸੇ ਨਾਲ ਕੋਈ ਜਿੱਥੇ ਕਰਕੇ ਸ਼ਾਇਦ ਉਹਨਾਂ ਨੇ ਜ਼ਮਾਨਤ ਮੇਰੀ ਕੋਈ ਰਾਏ ਨਹੀਂ ਕਿਹੜਾ ਮੇਰੇ ਦੁਸ਼ਮਣੀ ਨਹੀਂ ਉਹ ਜਿਹੜਾ ਮੇਰੇ ਸਾਹਮਣੇ ਪਤੇ ਮੇਰੇ ਪਿੱਛੇ ਖੜੇ ਆ ਜਿਹੜਾ ਕੁੜੀ ਕਰਕੇ ਸਾਰੇ ਮੇਰੇ ਬਦਲ ਆਏ ਇੱਕ ਮਿੰਟ ਭਾਜੀ ਸੁਣ ਲਓ ਭਾਜੀ ਸੁਣ ਲਓ ਯਾਰ ਸੁਣ ਲਓ 10 ਲੱਖ ਕਰਦਾ ਪੈਸਾ ਕੋਲ ਪਿਆ ਕਹਿੰਦੇ ਬਿਹਾਰ ਨੂੰ ਚੁੱਪ ਕਰ ਬਾਬਾ ਗੱਲ ਇੱਕ ਸਹੀ ਗੱਲ ਪਹਿਲੇ ਅਸੀਂ ਇਹ ਕਹਿੰਦੇ ਕਿਸੇ ਖਾਦਾ ਨਾ ਸਾਨੂੰ ਕੋਈ ਮਤਲਬ ਨਹੀਂ ਸਭ ਦਾ ਬੰਦਾ ਚਾਹੀਦਾ ਬਸ ਇਨਸਾਫ ਚਾਹੀਦਾ ਤੁਹਾਡੇ ਸਟਾਫ ਦੇ ਬੰਦੇ ਆਇਓ ਮੇਰੇ ਸਟਾਫ ਦੇ ਬੜੇ ਸੁਪਰ ਵਜੇ ਮੇਰੇ ਸਟਾਫ ਮੇਰਾ ਪੰਚਾ ਹੈ ਮੇਰੇ ਸੁਣ ਲਓ ਜੀ ਇੱਕ ਪ੍ਰਾਈਵੇਟ ਕਹਿੰਦਾ ਮੈਂ ਕੁੜੀ ਕਹਿੰਦਾ ਮੈਂ ਛੱਡ ਗਿਆ ਸੀਨੀਅਰ ਬੰਦੇ ਨੂੰ ਬੁਲਾਓ ਭਾਜੀ ਸੀਨੀਅਰ ਸਟਾਫ ਬੁਲਾਇਆ ਸੀਨੀਅਰ ਬੰਦੇ ਆਓ ਸੀਨੀਅਰ ਸਟਾਫ ਬੁਲਾਓ ਅੱਗੇ ਆਓ ਆਜੋ ਭਾਜੀ ਆਜੋ ਗਾਂ ਨੂੰ ਆਇਓ ਸੁਪਰ ਵਜੇ ਸਾਹਿਬ ਆਇਓ ਸੁਪਰਵਾਈਜ਼ਰ ਬਹਿ ਜਾਓ ਭਾਜੀ ਅਸੀਂ ਵੀ ਬੈਠੇ ਆ ਤੁਸੀਂ ਵੀ ਬਹਿ ਜਾਓ ਯਾਰ ਭਾਜੀ ਆ ਕਰੋ ਗੱਲ ਭਾਜੀ ਦੱਸੋ ਭਾਜੀ ਤੁਹਾਡਾ ਕੀ ਕਹਿਣਾ ਜੀ ਇਨਸਾਫ ਮਿਲਣਾ ਚਾਹੀਦਾ ਜੋ ਕੁਝ ਵੀ ਹੋਇਆ ਇਨਸਾਫ ਅੰਕਲ ਕੀ ਕਰੋਗੇ ਦੱਸੋ ਸੁਣਦਾ ਲਓ ਮੇਰਾ ਮਰ ਗਿਆ ਮੇਰਾ ਲੁੱਟ ਹੋ ਗਿਆ ਜੀ ਉਹਨਾਂ ਨੇ ਇੰਨੀ ਮਿਹਨਤ ਨਾਲ ਪਾਲਿਆ ਹੁਣ ਦੱਸੋ ਕਿੱਦਾਂ ਭੁੱਲ ਜਾਣ ਤੇ ਇਨਸਾਫ ਤਾਂ ਮਿਲਣਾ ਚਾਹੀਦਾ ਹੈ ਨਾ ਚਲੋ ਮਿਹਨਤ ਕਰਕੇ ਮੁੰਡੇ ਨਾਲ ਦਾ ਕੰਮ ਕਰਦਾ ਰਿਹਾ ਇਹ ਸਾਡਾ ਸੁਪਰ ਵਜੇ ਇਹਨੂੰ ਸਟੈਂਡ ਵਾਲੇ ਕਰ ਰਹੇ ਆ ਜੋ ਅੱਜ ਕੱਲ੍ਹ ਮੇਰਾ ਬੱਚਾ ਮੇਰੇ ਕੋਲ ਨਹੀਂ ਨਾ ਮੈਂ ਤਾਂ ਮੇਰਾ ਉੱਜੜ ਗਿਆ ਭੈਣ ਜੋ ਉੱਜੜ ਗਿਆ ਲੋਕੋ ਪਿੰਡ ਆਇਓ ਸਰਪੰਚੋ ਮਰ ਜਾਓ ਸਾਰੇ ਭੈਣ ਜੋ ਮਰ ਜਾਓ ਸਾਫ ਦਵਾਵਾਂ ਅੰਕਲ ਹੁਣ ਤਾਂ ਮੇਰਾ ਮੀਡੀਆ ਨੂੰ ਕਹੂੰਗਾ ਥਾਣੇਦਾਰ ਸਾਹਿਬ ਨੂੰ ਕਹੂੰਗਾ ਐਚ ਸਾਰਿਆਂ ਨੂੰ ਕਹੂੰਗਾ ਤੇ ਮੈਨੂੰ ਸਾਫ ਮਿਲਣਾ ਚਾਹੀਦਾ ਬਸ ਇਹ ਮੈਂ ਇਹ ਨਹੀਂ ਕਹਿੰਦਾ ਕਿਸੇ ਨੇ ਪੈਸੇ ਖਾਦਾ ਜਾਂ ਨਹੀਂ ਖਾਦਾ ਮੈਨੂੰ ਇਹ ਕਰ ਰਹੀ ਆ ਮੈਂ ਤਾਂ ਸਿਰਫ ਇਨਸਾਫ ਚਾਹੀਦਾ ਮੈਨੂੰ ਪਿੰਡ ਪੱਧਰ ਦੇ ਮੀਡੀਆ ਤੌਰ ਤੇ ਸਰਕਾਰ ਤੌਰ ਤੇ ਮੈਂ ਪਰਮਾਤਮਾ ਦੀ ਮਾਨ ਵੀ ਕਹੂੰਗਾ ਵੀ ਆ ਪਿੰਡਾਂ ਵਿੱਚ ਕਹਿਰ ਹੋ ਰਿਹਾ ਕੋਈ ਸਾਨੂੰ ਇਨਸਾਫ ਨਹੀਂ ਹੋ ਰਿਹਾ ਉਹ ਤੇਰਾ ਕਦਾ ਹੋ ਰਿਹਾ ਤਾਂ ਬੰਦਾ ਮਾਰਦਾ ਬਸ ਹਾਂਜੀ ਗਿਆਨੀ ਦਾ ਤੈਨੂੰ ਉਹਦੇ ਭੈਣਾਂ ਨੇ ਮੁੰਡਾ ਇੰਨਾ ਜਵਾਨ ਵੀ ਇਦਾਂ ਹੋਇਆ ਤਾਂ ਮਾੜੀ ਗੱਲ ਹੈ ਹੋਣ ਲੱਗ ਪਿਆ ਤਾਂ ਸਾਰਿਆਂ ਨੇ ਬਹੁਤ ਮਾੜੀ ਗੱਲ ਹੈ ਸਾਰਿਆਂ ਨੇ ਤਾਂ ਹੋਣ ਲੱਗ ਪਏ ਤੇ ਬਹੁਤ ਮਾੜੀ ਗੱਲ ਹੈ ਇਹ ਸਾਰਿਆਂ ਦੇ ਇਹ ਬੜਾ ਨਖੜੀ ਸਾਡੀ ਖੂਨ ਦੀ ਕੋਈ ਹੋਵੇ ਭਾਜੀ ਕਾਲੀ ਹੋਵੇ ਕੋਈ ਹੋਵੇ ਪਰ ਮਾੜੀ ਗੱਲ ਹੈ ਜਿਹੜੇ ਬੰਦੇ ਇਹ ਆ ਨਾ ਇਹ ਜਿਹੜੇ ਬੰਦੇ ਆ ਬੜੇ ਘਣਾ ਦੇ ਮੁੰਡੇ ਆ ਇਹਨਾਂ ਨੂੰ ਹੁਣ ਫੇਰ ਪੈਸਾ ਚੱਲਣਾ ਚਾਹੀਦਾ ਭਾਜੀ ਇਹ ਖਿੱਚਣਾ ਚਾਹੀਦਾ ਬੰਦਿਆਂ ਨੂੰ ਜਿਹੜੇ ਬੜੇ ਘਰਾਂ ਦੇ ਮੁੰਡੇ ਆ ਨਾ ਇਹ ਕੰਮ ਕਰਦੇ ਆ ਖਿੱਚਣਾ ਚਾਹੀਦਾ ਕੀ ਕਰਦਾ ਉਹਦੇ ਬਾਰੇ ਉਹ ਪੈਸੇ ਦੇ ਕੇ ਨਿਕਲ ਜਾਂਦਾ ਪੈਸੇ ਦੇ ਕੇ ਨਿਕਲ ਜਾਂਦਾ ਬੰਦੇ ਮਾਰੀ ਜਾਂਦਾ ਪੈਸੇ ਦੇ ਕੇ ਨਿਕਲ ਜਾਂਦਾ ਪ੍ਰਸ਼ਾਸਨ ਕੀ ਕਰਦਾ ਗਰੀਬ ਆਦਮੀ ਕਿੱਥੇ ਜਾਊਗਾ ਇਹਦਾ ਪੁੱਤ ਮਰਵਾਈ ਜਾਊਗਾ ਗਰੀਬ ਆਦਮੀ ਮੈਂ ਦੱਸਦਾ ਜੀ ਔੜ ਦੇ ਵਿੱਚ ਗੜੋਪੜ ਪਿੰਡ ਆ ਇਹ ਅਗਲੇ ਦਾ ਦੀਵਾਲੀ ਦਾ ਕੁੜੀ ਉਹਨੂੰ ਲੈ ਕੇ ਫਿਰੀ ਜਾਂਦੇ ਆ ਰੋਪੜ ਦੇ ਵਿੱਚ ਸ਼ਰੇਆਮ ਨਸ਼ਾ ਸ਼ਰੇਆਮ ਮੈਂ ਦੱਸਦਾ ਜੀ ਮੈਂ ਦੱਸਦਾ ਕੀ ਕਰ ਰਹੀ ਹੋ ਗੜੋਪੜ ਦੇ ਪਿੰਡ ਅਸੀਂ ਜੋ ਮਾਜੀ ਗੜੋਪੜ ਪਿੰਡ ਇੱਕ ਜੀ ਕਿੱਥੋਂ ਭੈਣ ਜੋ ਲੈ ਕੇ ਪੀ ਕੇ ਭੈਣ ਜੋ ਇਹ ਕੰਮ ਪਿੰਡ ਇੱਕ ਸਾਡੇ ਘਰ ਜਾ ਕੇ ਦੇਖੋ ਮੇਰੇ ਘਰ ਦਾ ਹੁਰੀਆ ਕੀ ਬਣ ਗਿਆ ਨਾ ਕਿਤੇ ਰੋਟੀ ਖਾਣੇ ਕਿਤੇ ਪਾਣੀ ਪੀਤਾ ਤਾਂ ਮੀਡੀਆ ਲਹਾ ਰਹੇ ਪੰਜਾਬ ਦੇ ਕੋਈ ਹਿਸਾਬ ਨਹੀਂ ਮਿਲ ਰਿਹਾ ਨੌਜਵਾਨ ਪੁੱਤ ਮਰੀ ਜਾਂਦੇ ਕਿਹੜੀ ਵਾਲੇ ਦੇ ਦੇਗੇ ਕੋਈ ਗੱਲ ਹੈ ਜੀ ਇਨਸਾਫ ਮਿਲਣਾ ਚਾਹੀਦਾ ਕੋਈ ਬਾਪੂ ਸਾਡੇ ਪਿਆਰ ਗਾ ਆ ਜੇ ਨਹੀਂ ਮਿਲਦਾ ਫਿਰ ਅਸੀਂ ਖੜੇ ਆ
ਇੱਕ ਤਾਂ ਕਿ ਖੜੇ ਜੋ ਹੋ ਗਿਆ ਵੀ ਹੋ ਗਿਆ ਸੀ ਯਾਰ ਜਾਂ ਪਾਰ ਮੈਂ ਤਾਂ ਪੀਪੀ ਵਾਲਿਆਂ ਦਾ ਸ਼ੁਕਰ ਕਰਦਾ ਵੀ ਇੱਥੇ ਆਏ ਆ ਬਹੁਤ ਸ਼ੁਕਰੀਆ ਇਹਨਾਂ ਦਾ ਬਹੁਤ ਧੰਨਵਾਦ ਵਾ ਮੈਂ ਕਹਿੰਦਾ ਵੀ ਇੱਕ ਪਿੰਡ ਗਲੋਪੜ ਆ ਤੇ ਇੱਕ ਔੜ ਆ ਤੇ ਇੱਥੇ ਨਸ਼ਾ ਇੰਨਾ ਚੱਲਦਾ ਨਾ ਤੁਸੀਂ ਰੋਕ ਨਹੀਂ ਸਕਦੇ ਪੁਲਿਸ ਵਾਲੇ ਵੀ ਮਹੀਨਾ ਲੈਂਦੇ ਹੋਣੇ ਮੈਨੂੰ ਲੱਗਦਾ ਮੈਂ ਤਾਂ ਕਹਿੰਦਾ ਮਹੀਨਾ ਲੈਂਦੇ ਆ ਮਹੀਨਾ ਚੱਲਦਾ ਤੇ ਸਮੈਕ ਚੱਲਦੀ ਪਰ ਗੱਲ ਇਹ ਆ ਵੀ ਉਹ ਨਸ਼ਾ ਰੋਕਦਾ ਕਿੱਦਾਂ ਰੋਕਣਾ ਆਪਾਂ ਗੱਲ ਜਾਣ ਦੀ ਕੀ ਲੋੜ ਉਹ ਬੰਦਾ ਪੇਸ਼ ਕਰਨ ਲਗਾ ਲਗਾ ਤੇ ਸਾਨੂੰ ਕੰਮ ਲਵੇੜੋ ਆਪਾਂ ਕੱਲ ਨੂੰ ਚੱਕਰੇ ਬੰਦਾ ਉਹ ਤਾਂ ਬੜ ਪੈਂਦੇ ਸਾਡੇ ਜੇ ਹੁਣ ਇਹਨਾਂ ਨੇ ਇਹ ਨਿਕਲ ਜਾਣ ਬੱਸਾਂ ਦਾ ਫੇਰ ਜਿਹੜੀ ਅਸੀਂ ਵੀ ਤਾਂ ਜਾਂਦੇ ਹੁਣ ਮੈਂ ਉਦੋਂ ਦੀ ਇੱਥੇ ਹੀ ਆ ਹੁਣ ਇਹਨਾਂ ਦੀ ਵੀ ਦੇਖ ਨਹੀਂ ਹੁੰਦੀ ਟੌਪ ਦੇ ਬੱਚਿਆਂ ਉਹ ਵੀ ਸਾਡੇ ਬੱਚੇ ਆਣਗੇ ਉਹ ਭਾਈ ਉੱਤੇ ਜਾਣੀ ਹੈ ਕਿ ਸਿੰਗਾ ਰੋਡ ਆ ਭਾਜੀ ਉਹ ਸਿੰਗਾ ਰੋਡ ਆ ਉੱਤੇ ਜਾਣਾ ਹੋਣਾ ਹੈਗਾ ਸਕੂਲ ਤੋਂ ਮੋੜ ਜਾ ਮੋੜ ਤਾਂ ਫਸ ਜਾਣੀ ਹੈ ਗੱਡੀਆਂ ਫਸ ਜਾਣੀ ਯਾਰ ਉੱਤੇ ਗੱਡੀਆਂ ਫਸ ਜਾਣੀ ਨਾ ਉੱਧਰ ਹੀ ਜਾਂਦੇ ਨਾਲੇ ਜੇ ਕਰਾਣੀ ਤਾਂ ਇੱਧਰ ਕਢਾ ਦਿੰਦੇ ਗੱਡੀਆਂ ਬੱਸਾਂ ਕਢਾਉਂਦੇ ਆ ਬੱਸਾਂ ਕਢਾਓ ਯਾਰ ਬੱਸਾਂ ਕਢਾਓ